ਦਸਤਾਵੇਜ਼ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ, ਪਾਠਕਾਂ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਫੇਰ ਹਾਜ਼ਰ ਹਾਂ ਪ੍ਰਗਟ ਸਿੰਘ ਸਤਾਜ ਦਾ ਨਾਵਲ ਮੁਹੱਬਤ ਵੇਲਾ ਲੈ ਕੇ। ਕਣਕਾਂ ਬੀਜੀਆਂ ਜਾ ਚੁੱਕੀਆਂ ਸਨ। ਔਰਤਾਂ ਪੇਟੀਆਂ ਅਲਮਾਰੀਆਂ ਵਿੱਚੋਂ ਸਿਆਲੂ ਕੱਪੜੇ ਕੱਢਣ ਦੀ ਤਿਆਰੀ ਕਰਨ ਲੱਗੀਆਂ ਸਨ। ਕਈ ਘਰਾਂ ਦੇ ਮੋਢੀ ਸੌਣੀ ਦੀ ਵਟਤ ਜੇਬਾਂ ਵਿੱਚ ਪਾ ਕੇ ਆਪਣੇ ਲਾਣੇ ਬਾਣੇ ਨੂੰ ਸ਼ਹਿਰ ਕੋਟੀਆਂ ਬੂਟਾਂ ਦੀ ਸ਼ਾਪਿੰਗ ਕਰਵਾਉਣ ਲਈ ਲੈ ਤੁਰੇ ਸਨ। ਇਹ ਸਮਾਂ ਪੇਂਡੂ ਜੀਵਨ ਵਿੱਚ ਵੇਲ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਵਿਆਹ, ਅਖੰਡ ਪਾਠ, ਖੇਡ ਮੇਲੇ ਆਦਿ ਦਾ ਹੜ੍ਹ ਆ ਜਾਂਦਾ ਹੈ। ਆਸਫ ਹੋਰਾਂ ਨੇ ਨਾਟਕ ਦਾ ਇਹੀ ਸਮਾਂ ਮਿਥਿਆ ਸੀ। ਉਹ ਅੱਜ ਸਵੇਰ ਤੋਂ ਹੀ ਨਾਟਕ ਦੀ ਤਿਆਰੀ ਵਿੱਚ ਜੁਟੇ ਹੋਏ ਸਨ। ਤਰਨ ਤੇ ਸਕੀਮੀ ਵੀ 2 ਦਿਨਾਂ ਦੀ ਛੁੱਟੀ ਲੈ ਕੇ ਆ ਗਏ ਸਨ। ਅਗਲੇ ਦਿਨ ਐਤਵਾਰ ਸੀ। ਸ਼ਾਮ ਤੱਕ ਉਹਨਾਂ ਨੇ ਪਿੰਡ ਦੇ ਵਿਚਕਾਰ ਖੁੱਲ੍ਹੀ ਥਾਂ ਉੱਤੇ ਸਟੇਜ ਤਿਆਰ ਕਰ ਲਿਆ ਸੀ। ਔਰਤਾਂ ਅਤੇ ਮਰਦਾਂ ਦੇ ਬੈਠਣ ਲਈ ਦਰੀਆਂ ਵਿਛਾ ਦਿੱਤੀਆਂ ਸਨ। ਦਰੀਆਂ ਦੇ ਪਿੱਛੇ ਕੁਰਸੀਆਂ ਸਜਾ ਦਿੱਤੀਆਂ। ਸਾਰੇ ਮੁੰਡੇ ਹੀ ਚਾਅ ਵਿੱਚ ਇੰਜ ਭੱਜੇ ਫਿਰ ਰਹੇ ਸਨ ਜਿਵੇਂ ਵੱਡੇ ਭਰਾ ਨੂੰ ਵਿਆਹੁਣ ਚੱਲੇ ਹੋਣ। ਆਸਿਫ ਬਹਾਨੇ ਨਾਲ ਦੁਪਹਿਰ ਤੋਂ ਬਾਅਦ ਘਰ ਕਈ ਗੇੜੇ ਮਾਰ ਆਇਆ ਸੀ। ਉਸਦੀ ਹੀਰ ਸਲੇਟੀ ਘਰ ਆਈ ਬੈਠੀ ਸੀ। ਸਟੇਜ ਤਿਆਰ ਕਰਵਾਉਂਦਾ ਵੀ ਉਹ ਨਾਲ ਸਹਿਜ ਨਾਲ ਚੈਟ ਕਰ ਰਿਹਾ ਸੀ। ਉਸ ਦੀਆਂ ਹੱਸਦੀਆਂ ਅੱਖਾਂ ਅਤੇ ਮੁਸਕਰਾਉਂਦੇ ਬੁੱਲ ਉਸ ਦੀ ਅੰਦਰਲੀ ਖੁਸ਼ੀ ਦੀ ਚੁਗਲੀ ਕਰ ਰਹੇ ਸਨ। ਉਸ ਦੀ ਭੈਣ ਸਾਨੀਆ ਸਹਿਜ ਨੂੰ ਨਾਟਕ ਦਿਖਾਉਣ ਲਈ ਕਾਲਜ ਨਾਲ ਲੈ ਆਈ ਸੀ। ਜਦੋਂ ਸਾਨੀਆ ਨੇ ਉਸ ਨੂੰ ਆਪਣੇ ਪਿੰਡ ਜਾਣ ਲਈ ਕਿਹਾ ਤਾਂ ਸਹਿਜ ਨੂੰ ਸੁਣ ਕੇ ਚਾਹ ਚੜ੍ਹ ਗਿਆ ਸੀ, ਪਰ ਉਸਨੇ ਉੱਪਰਲੇ ਮਨੋਂ ਸਾਨੀਆ ਨੂੰ ਨਾ ਨੁੱਕਰ ਕੀਤੀ ਤੇ ਫਿਰ 2-3 ਵਾਰ ਕਹਿਣ ਤੇ ਚੱਲਣ ਲਈ ਤਿਆਰ ਹੋ ਗਈ। ਘਰ ਉਹਨੇ ਫੋਨ ਤੇ ਦੱਸ ਦਿੱਤਾ ਸੀ ਕਿ ਉਹ ਅੱਜ ਸਾਨੀਆ ਦੇ ਘਰ ਹੀ ਰਹੇਗੀ। ਸਹਿਜ ਦੇ ਘਰ ਵਾਲਿਆਂ ਨੂੰ ਨਾਟਕ ਦਾ ਪਹਿਲਾਂ ਹੀ ਪਤਾ ਸੀ, ਕਿਉਂਕਿ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਅੱਜ ਸਵੇਰੇ ਹੀ ਸੂਚਨਾ ਕਰਵਾ ਦਿੱਤੀ ਸੀ। ਦੁਗਾਲ ਵਿਆਹੀ ਆਸਿਫ ਦੀ ਸਭ ਤੋਂ ਵੱਡੀ ਭੈਣ ਵੀ ਆਪਣੇ ਘਰ ਵਾਲੇ ਨਾਲ ਆਈ ਹੋਈ ਸੀ। ਆਸਿਫ ਨੂੰ ਨਾਟਕ ਟੀਮ ਦਾ ਫੋਨ ਆਇਆ। ਉਹ ਮੋਟਰਸਾਈਕਲ ਲੈ ਕੇ ਖਨੌਰੀ ਵਾਲੇ ਰਾਹ ਤੇ ਜਾ ਖੜਿਆ। ਜਦੋਂ ਨਾਟਕ ਵਾਲਿਆਂ ਦੀ ਗੱਡੀ ਆਈ ਤਾਂ ਉਹ ਟੀਮ ਨੂੰ ਚਾਹ ਪਾਣੀ ਪਿਆਉਣ ਲਈ ਪਹਿਲਾਂ ਸਿੱਧਾ ਆਪਣੇ ਘਰ ਲੈ ਆਇਆ। ਸਹਿਜ ਸਮੇਤ ਆਸਿਫ ਦੇ ਸਾਰੇ ਪਰਿਵਾਰ ਨੇ ਰਲ ਕੇ ਨਾਟਕ ਵਾਲੇ ਮੁੰਡੇ ਕੁੜੀਆਂ ਨੂੰ ਚਾਹ ਪਿਆਈ। 7 ਵਜੇ ਨਾਟਕ ਸ਼ੁਰੂ ਹੋਣਾ ਸੀ। ਘੰਟਾ ਕੁ ਪਹਿਲਾਂ ਉਹ ਸਟੇਜ ਵਾਲੀ ਜਗ੍ਹਾ ਆ ਗਏ। ਲਾਗਲੇ ਪਿੰਡਾਂ ਤੋਂ ਵੀ ਬਹੁਤ ਸਾਰੇ ਲੋਕ ਆਪੋ ਆਪਣੇ ਸਾਧਨਾਂ ਤੇ ਆ ਰਹੇ ਸਨ। ਪਿੰਡ ਦੀਆਂ ਔਰਤਾਂ ਵੀ ਝੁੰਡਾਂ ਵਿੱਚ ਆ ਕੇ ਦਰੀਆਂ ਉੱਪਰ ਆਪੋ ਆਪਣੀਆਂ ਥਾਂ ਮੱਲ ਰਹੀਆਂ ਸਨ। ਛੋਟੇ ਬੱਚੇ ਸਟੇਜ ਦੇ ਅੱਗੇ ਆ ਬੈਠੇ ਸਨ। ਬੱਚਿਆਂ ਦੀ ਚਿਰਚਿਰ ਪ੍ਰਬੰਧਕਾਂ ਨੂੰ ਚੁੱਭ ਰਹੀ ਸੀ। ਉਹਨਾਂ ਨੇ 1-2 ਵਾਰ ਮਾਈਕ ਵਿੱਚ ਬੋਲਿਆ ਵੀ ਸੀ ਕਿ ਬੱਚੇ ਪਿੱਛੇ ਜਾ ਕੇ ਬੈਠ ਜਾਣ, ਪਰ ਬਾਂਦਰਾਂ ਦੀ ਕੌਮ ਕਦੋਂ ਕਿਸੇ ਦੀ ਸੁਣਦੀ ਹੈ। ਨਾਟਕ ਤੋਂ ਪਹਿਲਾਂ ਜਾਦੂ ਦੇ ਟ੍ਰਿਕ ਵਿਖਾਏ ਗਏ। ਜਦੋਂ ਨਾਟਕ ਸ਼ੁਰੂ ਹੋਇਆ ਤਾਂ ਸਭ ਪਾਸੇ ਸ਼ਾਂਤੀ ਹੋ ਗਈ। ਪ੍ਰਬੰਧਕ ਪੰਡਾਲ ਦੇ ਆਲੇ ਦੁਆਲੇ ਖੜ ਗਏ। ਆਸਿਫ ਸਟੇਜ ਦੇ ਅੱਗੇ ਖੜਾ ਸੀ। ਔਰਤਾਂ ਵਿੱਚ ਕਾਲੀ ਚੁੰਨੀ ਲਈ ਬੈਠੀ ਸਹਿਜ ਵੱਲ ਉਸਦੀ ਨਜ਼ਰ ਕਈ ਵਾਰ ਗਈ ਸੀ। ਸਹਿਜ ਨੂੰ ਵੀ ਨਾਟਕ ਦੇ ਹੀਰੋ ਨਾਲੋਂ ਆਪਣੇ ਹੀਰੋ ਨੂੰ ਵੇਖਣ ਦੀ ਵੱਧ ਚਾਹਨਾ ਸੀ, ਪਰ ਉਹ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਵਿੱਚ ਵੀ ਨਹੀਂ ਆਉਣਾ ਚਾਹੁੰਦੀ ਸੀ। ਉਸਨੇ ਚੌਰ ਅੱਖ ਨਾਲ ਆਸਿਫ ਵੱਲ ਵੇਖਿਆ ਜ਼ਰੂਰ, ਪਰ ਵੱਧ ਧਿਆਨ ਉਸਨੇ ਸਟੇਜ ਵੱਲ ਹੀ ਰੱਖਿਆ। ਰਾਤ ਦੇ 10 ਵਜੇ ਨਾਟਕ ਸਮਾਪਤ ਹੋਇਆ ਤਾਂ ਲੋਕਾਂ ਦਾ ਸਲਾਬ ਉੱਠ ਕੇ ਤੁਰ ਪਿਆ। ਸਭ ਦੇ ਬੁੱਲਾਂ 'ਤੇ ਨਾਟਕ ਦੀਆਂ ਗੱਲਾਂ ਸਨ। ਕਈ ਕਬੱਡੀ ਟੂਰਨਾਮੈਂਟਾਂ ਨਾਲ ਤੁਲਨਾ ਕਰਦੇ ਉਹਨਾਂ ਨੂੰ ਕੋਸ ਰਹੇ ਸਨ। ਲੈ ਆਹ ਕਬੱਡੀ ਜੀ ਨਾਲੋਂ ਤਾਂ ਇਹ 100 ਗੁਣੇ ਵਧੀਆ। ਕਿਸੇ ਨੂੰ ਸਿੱਖਿਆ ਤਾਂ ਮਿਲਦੀ ਹੈ। ਕਬੱਡੀ ਵਾਲੇ ਲੱਖਾਂ ਰੁਪਏ 2 ਦਿਨਾਂ 'ਚ ਫੂਕ ਕੇ ਉਹ ਜਾਂਦੇ ਨੇ। ਗਰਾਊਂਡ ਦੇ ਆਲੇ ਦੁਆਲੇ ਖੇਤਾਂ 'ਚੋਂ ਨਸ਼ੇ ਦੇ ਵਾਲੇ ਟੀਕਿਆਂ ਦਾ ਭਾਵੇਂ ਟਰੱਕ ਭਰ ਲਿਆ। ਆਪਣੇ ਦੇਖਿਆ ਕਰ, ਜਿਹੜੇ ਦਿਨ ਟੂਰਨਾਮੈਂਟ ਹੁੰਦੇ ਉਸੇ ਦਿਨ ਸਾਰਿਆਂ ਨਾਲੋਂ ਵੱਧ ਸ਼ਰਾਬ ਵਿਕਦੀ ਹੈ। ਕਹਿੰਦੇ ਨੇ ਟੂਰਨਾਮੈਂਟਾਂ ਨਸ਼ਿਆਂ ਤੋਂ ਦੂਰ ਕਰਦੇ ਨੇ। ਨਸ਼ਿਆਂ ਤੋਂ ਦੂਰ ਕਰਨ ਦੀ ਥਾਂ ਇਹ ਤਾਂ ਨਸ਼ਿਆਂ ਦੀ ਵੱਧ ਲੱਤ ਲਾਉਂਦੇ ਨੇ। ਕੋਈ ਹੋਰ ਪਹਿਲੇ ਦੀ ਗੱਲ ਦੀ ਪ੍ਰੋੜਤਾ ਕਰਦਾ। ਲੋਕ ਆਪੋ ਆਪਣੇ ਸੁਭਾਅ, ਆਪੋ ਆਪਣੀਆਂ ਦਲੀਲਾਂ ਹਵਾ ਵਿੱਚ ਖਿਲਾਰਦੇ ਘਰਾਂ ਨੂੰ ਚੱਲ ਪਏ। ਆਸਿਫ ਸਾਰਾ ਸਮਾਨ ਸੰਭਾਲ ਕੇ 11 ਵਜੇ ਘਰ ਆਇਆ। ਆਸਿਫ ਦੀ ਵੱਡੀ ਭੈਣ ਸਾਨੀਆ ਤੇ ਸਹਿਜ ਅਜੇ ਵੀ ਜਾਗਦੀਆਂ ਗੱਲਾਂ ਕਰ ਰਹੀਆਂ ਸਨ। ਪ੍ਰਾਹੁਣਾ ਰੋਟੀ ਖਾ ਕੇ ਅਲੱਗ ਕਮਰੇ ਵਿੱਚ ਜਾ ਸੁੱਤਾ ਸੀ। ਸਹਿਜ ਨੂੰ ਵੇਖ ਕੇ ਆਸਿਫ ਨੂੰ ਮਹਿਸੂਸ ਹੋਇਆ ਜਿਵੇਂ ਉਹ ਨਵਾਂ ਵਿਆਹਿਆ ਹੋਵੇ ਤੇ ਉਹਦੀ ਵਹੁਟੀ ਉਸੇ ਦੀ ਉਡੀਕ ਵਿੱਚ ਜਾਗ ਰਹੀ ਹੋਵੇ। ਚਾਹੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਉਹ ਦੋਵੇਂ ਇੱਕ ਹੋ ਗਏ ਸਨ, ਪਰ ਸਮਾਜ ਸਾਹਮਣੇ ਤਾਂ ਉਹ ਅਜੇ ਬੇਗਾਨੇ ਹੀ ਸਨ। ਇਸੇ ਸਮਾਜਿਕ ਮਰਿਆਦਾ ਅੱਗੇ ਝੁਕਦਿਆਂ ਉਹ ਰੋਟੀ ਖਾ ਮਨ ਮਾਰ ਕੇ ਪ੍ਰਾਹੁਣੇ ਕੋਲ ਜਾ ਪਿਆ ਸੀ। ਬਾਹਰਲੇ ਘਰ ਮੱਝਾਂ ਕੋਲ ਪੈਣ ਦੀ ਡਿਊਟੀ ਅੱਜ ਆਸਿਫ ਦੇ ਅੱਬਾ ਨੇ ਸੰਭਾਲ ਲਈ ਸੀ। ਸਵੇਰੇ ਰੋਟੀ ਖਾਣ ਤੋਂ ਬਾਅਦ ਉਹ ਸਹਿਜ ਨੂੰ ਮੋਟਰਸਾਈਕਲ ਲੈ ਕੇ ਉਸਦੇ ਪਿੰਡ ਛੱਡਣ ਲਈ ਚੱਲ ਪਿਆ।
ਸੂਏ ਦੀ ਪਟੜੀ ਚੜੇ ਜਦੋਂ ਉਹ ਮੰਡੀ ਕੋਲੋਂ ਲੰਘਣ ਲੱਗੇ ਤਾਂ ਉਸ ਨੂੰ ਦੀਵਾਲੀ ਵਾਲੀ ਰਾਤ ਯਾਦ ਆ ਗਈ। ਉਹ ਰਾਤ ਵਾਲਾ ਦ੍ਰਿਸ਼ ਚੇਤੇ ਆਉਂਦਿਆਂ ਉਸਦੇ ਚਿਹਰੇ 'ਤੇ ਵੱਖਰਾ ਜਿਹਾ ਨੂਰ ਝਲਕ ਆਇਆ। ਮਨ ਅੰਦਰੋਂ ਅਦਭੁਤ ਜਿਹੀ ਮਿਠਾਸ ਨਾਲ ਭਰ ਗਿਆ। ਸੂਏ 'ਤੇ ਖੜੇ ਦਰਖਤ ਅਤੇ ਆਲੇ ਦੁਆਲੇ ਦੇ ਖੇਤਾਂ 'ਚ ਉਰਿਆਂ ਉੱਚੋਂ ਬਾਹਰ ਝਾਕ ਰਹੀ ਕੌਰ ਕਣਕ ਸਭ ਕੁਝ ਉਸਨੂੰ ਹੱਸਦਾ ਲੱਗਿਆ। ਮੋਟਰਸਾਈਕਲ ਉੱਪਰ ਲੱਗਦੀ ਠੰਡੀ ਹਵਾ ਨੇ ਉਸਦੇ ਸਾਰੇ ਸਰੀਰ 'ਤੇ ਲੂ ਕੰਡੇ ਖੜੇ ਕਰ ਦਿੱਤੇ ਸਨ, ਪਰ ਪਿਆਰ ਦੇ ਨਸ਼ੇ ਵਿੱਚ ਮਸਤ ਹੋਇਆ ਉਹ ਠੰਡ ਨੂੰ ਅੰਗੂਠਾ ਦਿਖਾ ਰਿਹਾ ਸੀ। ਉਸ ਰਾਤ ਵਾਲੀ ਮੋਟਰ ਸਾਹਮਣੇ ਦਿਖਾਈ ਦਿੱਤੀ ਤਾਂ ਉਸਨੇ ਸਹਿਜ ਨੂੰ ਛੇੜਨ ਲਈ ਪੁੱਛਿਆ, ਉਹ ਮੋਟਰ ਪਤਾ ਕਿਹਦੀ ਹੈ? ਮੈਨੂੰ ਕੀ ਪਤਾ ਹੁਣ? ਸਹਿਜ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਹ ਕਿਸ ਤਰ੍ਹਾਂ ਕਿਉਂ ਪੁੱਛ ਰਿਹਾ ਹੈ। ਇਹ ਮੋਟਰ ਇੱਕ ਰਾਤ ਲਈ ਆਪਣੀ ਸੀ, ਯਾਦ ਕਰ। ਤੇਰਾ ਦਿਮਾਗ ਹਰ ਟਾਈਮ ਉੱਥੇ ਹੀ ਘੁੰਮਦਾ ਰਹਿੰਦਾ। ਸਹਿਜ ਨੇ ਪਿਆਰ ਨਾਲ ਉਸਦੇ ਮੋਢਿਆਂ 'ਤੇ ਪੋਲੀ ਜਿਹੀ ਮੁੱਕੀ ਮਾਰੀ। ਹੁਣ ਤੂੰ ਇੱਥੇ ਆਈ ਦੀਵਾਲੀ ਦੀਵਾ ਲਾ ਕੇ ਜਾਇਆ ਕਰੀ। ਜੇ ਤੈਨੂੰ ਇੰਨਾ ਮੋਹ ਆਂਦਾ ਤੂੰ ਆਪ ਹੀ ਲਾ ਜਾਇਆ ਕਰੀ, ਨਾਲੇ ਤੇਰੀ ਝੱਟ ਦੇਖਾਂਗੇ ਜਦੋਂ ਸਾਡੇ ਪਿੰਡ ਵਾਲੇ ਨੇ ਬੰਨ੍ਹ ਕੇ ਕੁੱਟਿਆ ਵੀ ਤੂੰ ਟੂਣਾ ਕਰਨ ਆਇਆ ਸੀ। ਜੇ ਮੈਨੂੰ ਤੇਰੇ ਪਿੰਡ ਵਾਲਿਆਂ ਨੇ ਬੰਨ੍ਹ ਲਿਆ ਫਿਰ ਤੂੰ ਪੁਰਾਣੀਆਂ ਫਿਲਮੀ ਹੀਰੋइना वांगू मेरे कणी भज्जी आई। छोड़ दो मेरे आसिफ को, मैं आपके आगे हाथ जोड़ती हूँ, ये मेरी जिंदगी है। तू जुबान दे काबू करने जग फड़ के खिंचा। सहज दी भी आसिफ का मजाक सुन के हासी निकल गई। वो गल्लां करदे पिंड पहुँच गए। आसिफ ने मोटरसाइकिल बाहर ही रोक लिया। चंगा फिर तो सीधा होकर स्टैंड ते ला के अंदर जा, सहज ने हुक्म चाड़ दिता। ਉਹ ਭਿੱਜੀ ਬਿੱਲੀ ਬਣਿਆ ਸਾਊ ਮੁੰਡਿਆਂ ਵਾਂਗ ਨੀਵੀਂ ਪਾਈ ਉਸਦੇ ਪਿੱਛੇ ਤੁਰ ਪਿਆ। ਸਾਹਮਣੇ ਵਿਹੜੇ ਵਿੱਚ ਸਹਿਜ ਦਾ ਪਿਤਾ ਬੈਠਾ ਸੀ। ਮਾਂ ਓਟ ਕੋਲ ਭਾਂਡੇ ਮਾਂਜ ਰਹੀ ਸੀ। ਸਹਿਜ ਦੀ ਛੋਟੀ ਭੈਣ ਕਿਤੇ ਦਿਖਾਈ ਨਹੀਂ ਦਿੱਤੀ। ਆਸਿਫ ਸਤਿ ਸ਼੍ਰੀ ਅਕਾਲ ਬੁਲਾ ਕੇ ਪਿਤਾ ਵਾਲੇ ਮੰਜੇ ਉੱਤੇ ਹੀ ਬੈਠ ਗਿਆ। ਤੁਹਾਡਾ ਨਾਟਕ ਭਾਈ ਬਹੁਤ ਵਧੀਆ ਸੀ। ਸਹਿਜ ਦੇ ਪਿਤਾ ਤੋਂ ਆਸਿਫ ਸੁਣ ਕੇ ਇੰਨਾ ਖੁਸ਼ ਹੋਇਆ ਜਿਵੇਂ ਹੁਣੇ ਸਹਿਜ ਦੇ ਪਿਤਾ ਨੇ ਉਸਨੂੰ ਕਰੈਕਟਰ ਸਰਟੀਫਿਕੇਟ ਦੇ ਦਿੱਤਾ ਹੋਵੇ। ਤੁਸੀਂ ਵੀ ਗਏ ਸੀ ਦੇਖਣ? ਆਸਿਫ ਨੇ ਖੁਸ਼ੀ ਭਰੀ ਹੈਰਾਨੀ ਨਾਲ ਪੁੱਛਿਆ। ਹਾਂ, ਆ ਗੁਆਂਢੀ ਲੈ ਗਿਆ ਸੀ ਮੱਲੋ ਮੱਲੀ। ਚੰਗਾ ਜੀ, ਮੈਂ ਜਾਣਾ ਫਿਰ। ਆਸਿਫ ਮੰਜੇ ਤੋਂ ਖੜਾ ਹੋ ਗਿਆ। ਬੈਠ, ਤੂੰ ਚਾਹ ਪੀ ਕੇ ਜਾਈ। ਨਾ ਜੀ, ਹੁਣੇ ਰੋਟੀ ਖਾ ਕੇ ਆਇਆ। ਭੈਣ ਕਹਿੰਦੀ ਤੂੰ ਸਹਿਜ ਨੂੰ ਆਪ ਹੀ ਛੱਡਿਆ। ਆਸਿਫ ਉਸਦੇ ਦਿਮਾਗ ਵਿੱਚ ਪਾਉਣਾ ਚਾਹੁੰਦਾ ਸੀ ਕਿ ਇਹ ਸਾਊ ਮੁੰਡਾ ਆਪ ਛੱਡਣ ਨਹੀਂ ਆਇਆ, ਸਗੋਂ ਇਸ ਨੂੰ ਤਾਂ ਧੱਕੇ ਨਾਲ ਭੇਜਿਆ ਗਿਆ ਹੈ। ਕੋਈ ਨਾ, ਚਾਹ ਨੂੰ ਤਾਂ 1 ਮਿੰਟ ਲੱਗਣਾ। ਆਸਿਫ ਇਹੀ ਤਾਂ ਚਾਹੁੰਦਾ ਸੀ। ਉਹ ਕਹਿਣ 'ਤੇ ਬੈਠ ਗਿਆ। ਸਹਿਜ ਚਾਹ ਨਾਲ ਖੋਏ ਦੀਆਂ ਪਿੰਨੀਆਂ ਲੈ ਆਈ। ਪਿੰਨੀਆਂ ਵੇਖ ਕੇ ਆਸਿਫ ਦੇ ਬੁੱਲ੍ਹਾਂ 'ਤੇ ਮੁਸਕਾਨ ਆ ਗਈ। ਹੁਣ ਰਾਤ ਵਾਲੀ ਸੇਵਾ ਵਾਲਾ ਉਲਾਂਭਾ ਲਾਉਣ ਲੱਗੀ ਹੈ। ਚਾਹ ਪੀ ਕੇ ਆਸਿਫ ਨੇ ਇਜਾਜ਼ਤ ਲਈ। ਸਹਿਜ ਨੇ ਪੜ੍ਹ ਲਈ ਉਹ ਕਿਤਾਬ ਉਸਨੂੰ ਵਾਪਸ ਦਿੱਤੀ। ਉਹ ਕਿਤਾਬ ਲੈ ਕੇ ਚੱਲ ਪਿਆ। ਖੋਏ ਦੀਆਂ ਪਿੰਨੀਆਂ ਦਾ ਸਵਾਦ ਉਸਦੇ ਮੂੰਹ ਵਿੱਚ ਅਜੇ ਵੀ ਘੁਲਿਆ ਹੋਇਆ ਸੀ। ਉਹ ਇੰਨਾ ਖੁਸ਼ ਸੀ ਕਿ ਉਸਦਾ ਮਨ ਕਰਦਾ ਸੀ ਕਿ ਸਾਰੀ ਕਾਇਨਾਤ ਨੂੰ ਕਲਾਵੇ ਵਿੱਚ ਲੈ ਕੇ ਚੁੰਮ ਲਵੇ। ਉਸਦੇ ਬੁੱਲ੍ਹਾਂ ਉੱਪਰ ਗੀਤ ਫਰਕਿਆ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ। ਘਰ ਆ ਕੇ ਉਸਨੇ ਮੇਲੇ ਉੱਤੇ ਹੋਏ ਖਰਚ ਅਤੇ ਪ੍ਰਾਪਤ ਆਮਦਨ ਦਾ ਹਿਸਾਬ ਕਿਤਾਬ ਲਾ ਲਿਆ। ਸ਼ਾਮ ਨੂੰ ਆਸਿਫ ਦੇ ਬਾਗਲ ਵਿੱਚ ਹੀ ਕਮੇਟੀ ਦੀ ਮੀਟਿੰਗ ਸੀ। ਆਸਿਫ ਦਾ ਬਾਗਲ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੀ ਗਲੀ ਦੇ ਦੂਸਰੇ ਪਾਸੇ ਸੀ। ਆਸਿਫ ਹਮੇਸ਼ਾ ਇਸ ਮੱਝਾਂ ਵਾਲੇ ਬਾਗਲ ਵਿੱਚ ਹੀ ਪੈਂਦਾ ਸੀ। ਗਲੀ ਨਾਲ ਲੱਗਦੀ ਬੈਠਕ ਉੱਪਰ ਉਸਦਾ ਪੱਕਾ ਟਿਕਾਣਾ ਸੀ। ਬੈਠਕ ਦੇ ਨਾਲ ਹੀ ਪਸ਼ੂਆਂ ਵਾਲਾ ਵਰਾਂਡਾ ਸੀ। ਬੈਠਕ ਵਿੱਚੋਂ ਇੱਕ ਖਿੜਕੀ ਪਸ਼ੂਆਂ ਵਾਲੇ ਵਰਾਂਡੇ ਵਿੱਚ ਖੁੱਲ੍ਹਦੀ ਸੀ। ਵਰਾਂਡੇ ਦੇ ਨਾਲ ਲੱਗਵੀਂ ਹੀ ਤੂੜੀ ਵਾਲੀ ਸਬਾਤ ਸੀ। ਆਸਿਫ ਨੂੰ ਸਾਹਿਤ ਪੜ੍ਹਨ ਦਾ ਸ਼ੌਂਕ ਸੀ, ਇਸੇ ਕਰਕੇ ਉਸਦੇ ਇਸ ਕਮਰੇ ਵਿੱਚ ਕੋਈ ਨਾ ਕੋਈ ਕਿਤਾਬ ਜ਼ਰੂਰ ਪਈ ਹੁੰਦੀ। ਬਾਕੀ ਕਿਤਾਬਾਂ ਉਹ ਘਰ ਹੀ ਰੱਖਦਾ, ਕਿਉਂਕਿ ਮੁੰਡੇ ਕਈ ਵਾਰ ਮੰਗ ਕੇ ਤਾਂ ਲੈ ਜਾਂਦੇ ਪਰ ਵਾਪਸ ਨਹੀਂ ਕਰਦੇ ਸਨ, ਜਾਂ ਕਈ ਵਾਰ ਉਹਨਾਂ ਤੋਂ ਅੱਗੇ ਕੋਈ ਮੰਗ ਕੇ ਲੈ ਜਾਂਦਾ ਅਤੇ ਕਿਤਾਬ ਆਈ ਗਈ ਹੋ ਜਾਂਦੀ। ਹੁਣ ਉਹ ਬਾਗਲ ਵਿੱਚ ਉਹ ਕਿਤਾਬ ਹੀ ਲੈ ਆਉਂਦਾ ਜਿਹੜੀ ਪੜ੍ਹਨੀ ਹੁੰਦੀ। ਸ਼ਾਮ ਨੂੰ ਰੋਟੀ ਖਾ ਕੇ ਆਸਿਫ ਬਾਗਲ ਵਿੱਚ ਆ ਗਿਆ। ਮੱਝਾਂ ਨੂੰ ਖੋਲ੍ਹ ਕੇ ਉਸਨੇ ਬਰਾਂਡੇ ਵਿੱਚ ਬੰਨ੍ਹ ਦਿੱਤਾ। ਟੂਟੀ ਛੱਡ ਕੇ ਉਹ ਹੱਥ ਧੋਣ ਲੱਗ ਪਿਆ। ਮੌਸਮ ਦੇ ਹਿਸਾਬ ਨਾਲ ਹੁਣ ਪਾਣੀ ਠਰਨ ਲੱਗ ਪਿਆ ਸੀ। ਪਰਸੋਂ ਤਾਂ ਥੋੜ੍ਹੀ ਧੁੰਦ ਵੀ ਪਈ ਸੀ, ਪਰ ਅੱਜ ਸਵੇਰੇ ਬੱਦਲਵਾਈ ਹੋਣ ਕਰਕੇ ਧੁੰਦ ਨਹੀਂ ਸੀ। ਉਸਨੇ ਅਚਾਨਕ ਉੱਪਰ ਅਸਮਾਨ ਵੱਲ ਵੇਖਿਆ। ਦਿਨ ਵਾਲਾ ਬੱਦਲ ਕਿਤੇ ਉੱਡ ਪੁੱਡ ਗਿਆ ਸੀ। ਹੁਣ ਤਾਂ ਤਾਰਿਆਂ ਨਾਲ ਭਰਿਆ ਸਾਰਾ ਅਸਮਾਨ ਕਾਲੀ ਚੁੰਨੀ 'ਤੇ ਲੱਗੇ ਸਿਤਾਰਿਆਂ ਵਾਂਗ ਚਮਕ ਰਿਹਾ ਸੀ। ਉਹ ਬੈਠਕ ਵਿੱਚ ਆਇਆ ਤੇ ਮੰਜੇ 'ਤੇ ਗੋਲ ਕੀਤੇ ਹੋਏ ਬਿਸਤਰੇ 'ਤੇ ਢੂਹ ਲਾ ਕੇ ਬਹਿ ਗਿਆ। ਉਸਨੇ ਮੋਬਾਈਲ ਵੇਖਿਆ। ਸਹਿਜ ਦੇ 2-3 ਮੈਸੇਜ ਆਏ ਪਏ ਸਨ। ਆਖਰੀ ਮੈਸੇਜ ਸੀ, ਖੋਏ ਦੇ ਸਵਾਦ ਬਾਰੇ ਦੱਸਿਆ ਹੀ ਨਹੀਂ, ਕਿਵੇਂ ਲੱਗਿਆ? ਬਹੁਤ ਸਵਾਦ ਸੀ, ਬਿਲਕੁਲ ਤੇਰੇ ਵਰਗਾ। ਅੱਗੋਂ ਉਸਨੇ ਹਾਸੀ ਦੇ ਇਮੋਜੀ ਲਗਾ ਦਿੱਤੇ। ਲੈ ਜਾਂਦਾ ਫਿਰ, ਤੈਨੂੰ ਕਿਹੜਾ ਜਵਾਬ ਸੀ?
ਕੋਈ ਨਾ ਕਿਸੇ ਦਿਨ ਲੈ ਹੀ ਜਾਵਾਂਗਾ। ਆ ਗਿਆ ਹੁਣ ਆਪਣੀ ਖੱਡ 'ਚ। ਸਹਿਜ ਨੂੰ ਪਤਾ ਸੀ ਕਿ ਉਹ ਬਾਗਲ ਵਿੱਚ ਪੈਂਦਾ ਹੈ, ਇਸ ਕਰਕੇ ਉਹ ਆਸਿਫ ਦੇ ਬਾਗਲ ਵਿੱਚ ਆ ਜਾਣ 'ਤੇ ਸਮੇਂ ਨੂੰ ਵੇਖ ਕੇ ਹੀ ਮੈਸੇਜ ਕਰਦੀ ਸੀ, ਹਾਂ ਆ ਗਿਆ, ਸਾਧਾਂ ਦਾ ਡੇਰੇ ਬਿਨਾਂ ਕਿੱਥੇ ਸਰਦਾ। ਆਹੋ ਦੇਖਿਆ ਤੋਂ ਵੱਡਾ ਗੋਰਖਨਾਥ ਦਾ ਚੇਲਾ ਜਤੀ ਸਤੀ, ਅਸੀਂ ਨਵੇਂ ਜ਼ਮਾਨੇ ਦੇ ਸਾਧ ਹਾਂ। ਨਾਲ ਉਸਨੇ ਅੱਖ ਮਾਰਦਾ ਇਮੋਜੀ ਲਾ ਦਿੱਤਾ। ਬਾਹਰਲਾ ਬਾਰ ਖੜਕਿਆ ਤਾਂ ਆਸਿਫ ਚੁਕੰਨਾ ਹੋ ਗਿਆ। ਫੇਰ ਕਰਦਾ ਸ਼ਾਇਦ ਕੋਈ ਆਇਆ ਹੈ। ਉਸਨੇ ਮੈਸੇਜ ਭੇਜਦੇ ਭੇਜਦੇ ਤਰਨ ਤੇ ਇੱਕ ਹੋਰ ਮੁੰਡਾ ਆ ਗਏ। ਨਾਟਕ ਬਹੁਤ ਘੈਂਟ ਸੀ, ਪੂਰਾ ਵਧੀਆ ਹੋ ਗਿਆ ਆਪਣਾ ਪ੍ਰੋਗਰਾਮ। ਤਰਨ ਦੇ ਨਾਲ ਆਏ ਮੁੰਡੇ ਨੇ ਕਿਹਾ, ਹਾਂ ਲੋਕਾਂ ਨੇ ਵਧੀਆ ਪਸੰਦ ਕੀਤਾ। ਆਸਿਫ ਨੇ ਮੁੰਡੇ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ। ਕੌਣ ਆਇਆ? ਸਹਿਜ ਦਾ WhatsApp ਤੇ ਮੈਸੇਜ ਆ ਗਿਆ, ਤਰਨ ਹੋਰੀ ਆਏ ਨੇ, ਅੱਜ ਸਾਡੀ ਮੀਟਿੰਗ ਹੈ, ਕੱਲ ਗੱਲ ਕਰਦੇ ਹਾਂ। ਆਸਿਫ ਸਹਿਜ ਨੂੰ ਮੈਸੇਜ ਭੇਜ ਕੇ ਤਰਨ ਹੋਰਾਂ ਨਾਲ ਹੋਏ ਮੇਲੇ ਬਾਰੇ ਗੱਲਾਂ ਕਰਨ ਲੱਗ ਪਿਆ। ਥੋੜ੍ਹੀ ਦੇਰ ਬਾਅਦ ਹੋਰ ਮੁੰਡੇ ਵੀ ਆ ਗਏ। ਆਸਿਫ ਨੇ ਸਾਰੇ ਮੁੰਡਿਆਂ ਨੂੰ ਪੁੱਛ ਲਿਆ ਕਿ ਜੇਕਰ ਕਿਸੇ ਦਾ ਲੈਣ ਦੇਣ ਰਹਿੰਦਾ ਹੋਵੇ ਤਾਂ ਦੱਸ ਦਿਓ। ਫਿਰ ਉਸਨੇ ਸਾਰਿਆਂ ਨੂੰ ਹਿਸਾਬ ਪੜ੍ਹ ਕੇ ਸੁਣਾ ਦਿੱਤਾ। ਪਿਛਲੇ ਸਾਲ ਅਤੇ ਹੁਣ ਵਾਲੇ ਜੋੜ ਦੇ ਕੁੱਲ 75,000 ਬਚ ਗਿਆ। ਦੇਖੋ, ਆਸਿਫ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਦੋਂ ਸਭ ਨੇ ਗੱਲ ਸੁਣਨ ਲਈ ਕੰਨ ਚੁੱਕ ਲਏ ਤਾਂ ਉਸਨੇ ਬੋਲਣਾ ਸ਼ੁਰੂ ਕੀਤਾ, ਆਪਣੇ ਕੋਲ ਰੁਪਈਏ ਖਾਸੇ ਬਚ ਗਏ। ਮੈਂ ਸੋਚਦਾ ਸੀ ਵੀ ਜੇ ਆਪਾਂ ਆਪਣੀ ਲਾਇਬ੍ਰੇਰੀ ਨੂੰ ਵਧੀਆ ਢੰਗ ਨਾਲ ਚਲਾ ਸਕੀਏ। ਕਿਵੇਂ? ਨੰਦੂ ਨੇ ਪੁੱਛਿਆ। ਇੱਕ ਤਾਂ ਇਹ ਹੈ ਕਿ ਆਪਾਂ ਪੱਪੀ ਦੇ ਘਰੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਚੱਕ ਕੇ ਕਿਸੇ ਸਾਂਝੀ ਥਾਂ 'ਤੇ ਰੱਖੀਏ ਅਤੇ ਦੂਜਾ ਆਪਾਂ ਕਿਤਾਬਾਂ ਹੋਰ ਲਿਆ ਕੇ ਪਾ ਲਈਏ। ਆਸਿਫ ਨੇ ਸਹਿਮਤੀ ਲਈ ਸਭ ਦੇ ਚਿਹਰਿਆਂ ਵੱਲ ਵੇਖਿਆ। ਸਾਂਝੀ ਥਾਂ 'ਤੇ ਕਿੱਥੇ ਰੱਖਾਂਗੇ? ਇੱਕ ਮੁੰਡੇ ਨੇ ਪੁੱਛਿਆ। ਗਿੱਲਾਂ ਵਾਲੀ ਥਾਈ ਵਿਹਲੀ ਪਈ ਹੈ, ਉੱਥੇ ਰੱਖ ਲਾਂਗੇ ਇੱਕ ਕਮਰੇ 'ਚ। ਆਸਿਫ ਇਹ ਪਹਿਲਾਂ ਹੀ ਨਿਗਾਹ ਵਿੱਚ ਕਰੀ ਬੈਠਾ ਸੀ। ਉਹਦੇ 'ਚ ਤਾਂ ਪਿੰਡ ਦੇ ਸਾਂਝੇ ਮੰਜੇ ਪਏ ਨੇ, ਤਰਨ ਨੇ ਜਾਣਕਾਰੀ ਦਿੱਤੀ। ਮੰਜੇ ਆਪਾਂ ਦੂਸਰੇ ਛੋਟੇ ਕਮਰੇ 'ਚ ਰੱਖ ਦਾਂਗੇ। ਚਾਬੀ ਹਰਦਿਆਲ ਕੋਲੇ ਇਸ ਕਮਰਿਆਂ ਦੀ ਹੈ, ਉਹਦੇ ਤੋਂ ਫੜ ਲਊਂ, ਨੰਦੂ ਨੇ ਸਕੀਮ ਦੱਸੀ। ਜੇ ਨਾ ਦਿੱਤੀ ਚਾਬੀ? ਸਕੀਮੀ ਨੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ। ਐਂ ਕਿਵੇਂ ਨਹੀਂ ਦਿੰਦਾ? ਆਪਣਾ ਕਿਹੜਾ ਸੀਰ ਨਹੀਂ ਹੈਗਾ ਵਿੱਚ, ਨਾਲੇ ਆਪਾਂ ਕਿਹੜਾ ਕੋਈ ਮਾੜਾ ਕੰਮ ਕਰਨ ਲੱਗੇ ਹਾਂ। ਤਰਨ ਵਿਚਲਾ ਆਤਮ ਵਿਸ਼ਵਾਸ ਬੋਲਿਆ। ਚਾਬੀ ਨੂੰ ਤਾਂ ਕਾਹਨੂੰ ਜਵਾਬ ਦਿੰਦੇ ਨੇ, ਉਹ ਤਾਂ ਲੈ ਲਾਂਗੇ। ਆਸਿਫ ਨੇ ਤਰਨ ਨਾਲ ਸਹਿਮਤੀ ਪ੍ਰਗਟਾਈ। ਤੂੰ ਇਹਨੂੰ ਬੰਦ ਕਰ ਲੈ ਯਾਰ, ਬਿੰਦ ਕੋ ਪਿੱਛੋਂ ਕੱਢ ਕੇ ਦੇਖਣ ਲੱਗ ਜਾਂਦਾ। ਦੱਸ ਕੀ ਇੰਨੇ ਚਿਰ 'ਚ ਇਹਨੇ ਅੰਡਾ ਦਿੱਤਾ? ਨੰਦੂ ਨੇ ਤਰਨ ਦਾ ਮੋਬਾਈਲ ਫੜ ਲਿਆ। ਉਹ ਨਾਲ ਰੀਤ ਨਾਲ ਚੈਟ ਕਰ ਰਿਹਾ ਸੀ। ਆਪਾਂ ਖਾਸੀਆਂ ਵਧੀਆ ਲਿਆਉਣੀਆਂ ਨੇ ਕਿਤਾਬਾਂ ਛਾਂਟ ਕੇ, ਜਿਨ੍ਹਾਂ ਨਾਲ ਹੋਰ ਵੱਧ ਪਾਠਕ ਜੁੜ ਜਾਣ। ਆਸਿਫ ਨੇ ਸਾਰਿਆਂ ਦਾ ਧਿਆਨ ਤਰਨ ਤੇ ਨੰਦੂ ਵੱਲੋਂ ਹਟਾ ਕੇ ਆਪਣੇ ਵੱਲ ਖਿੱਚਿਆ। ਕਿਹੜੀਆਂ ਲਿਆਵਾਂਗੇ? ਇੱਕ ਮੁੰਡੇ ਨੇ ਪੁੱਛਿਆ। ਜ਼ਿਆਦਾ ਨਾਵਲ ਤੇ ਕਹਾਣੀਆਂ ਦੀ ਲਿਆਵਾਂਗੇ, ਉਹਨਾਂ ਨੂੰ ਲੋਕ ਵੱਧ ਪੜ੍ਹਦੇ ਨੇ, ਨਾਲੇ ਛੋਟੇ ਬੱਚਿਆਂ ਦੀਆਂ। ਕੁਝ ਕੁ ਆਮ ਔਰਤਾਂ ਕੁੜੀਆਂ ਦੇ ਪੜ੍ਹਨ ਦੀਆਂ। ਉਹ ਕਿਹੜੀਆਂ? ਕੁੜੀਆਂ ਬਾਰੇ ਜ਼ਿਕਰ ਸੁਣ ਕੇ ਸਕੀਮੀ ਨੇ ਕੰਨ ਚੁੱਕ ਲਏ। ਜਿਵੇਂ ਰਸੋਈ ਸਿੱਖਿਆ, ਬਿਊਟੀ ਨਾਲ ਸੰਬੰਧਿਤ, ਅਚਾਰ ਵਗੈਰਾ ਬਣਾਉਣ ਵਾਲੀ ਇੱਕ ਅੱਧ, ਜਸਵੰਤ ਗਿੱਲ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ। ਆਸਿਫ ਨੇ ਜਾਣਕਾਰੀ ਦਿੱਤੀ। ਆਹ ਕੁੜੀਆਂ ਵਾਲੀਆਂ ਤਾਂ ਵੱਧ ਲਿਆਵਾਂਗੇ, ਸਕੀਮੀ ਨੇ ਕਿਹਾ। ਕਿਉਂ? ਨੰਦੂ ਨੇ ਪ੍ਰਸ਼ਨ ਖੜਾ ਕਰ ਦਿੱਤਾ। ਜੇ ਕੁੜੀਆਂ ਵਾਲੀਆਂ ਕਿਤਾਬਾਂ ਵੱਧ ਹੋਣੀਆਂ ਫਿਰ ਲਾਇਬ੍ਰੇਰੀ 'ਚ ਕੁੜੀਆਂ ਵੱਧ ਆਇਆ ਕਰਨਗੀਆਂ। ਸਾਲਿਆ ਪਹਿਲਾਂ ਹੀ ਮਾੜੀ ਨੀਤ ਧਰ ਲੈ, ਤਾਂ ਹੀ ਤਾਂ ਕੰਮ ਨਹੀਂ ਬਣਦਾ। ਮੇਰੀ ਗੱਲ ਯਾਦ ਰੱਖੀ, ਤੂੰ ਛੜਾ ਮਰੇਗਾ, ਛੜਾ। ਪੱਪੀ ਨੇ ਸਕੀਮੀ ਨੂੰ ਝਾੜਿਆ। ਬਾਕੀ ਸਾਰੇ ਹੱਸ ਪਏ। ਤਰਨ ਬਾਈ ਤੂੰ ਹਰਦਿਆਲ ਤੋਂ ਚਾਬੀ ਫੜ ਲਈ, ਆਸਿਫ ਨੇ ਤਰਨ ਨੂੰ ਕਿਹਾ। ਅਸੀਂ ਤਾਂ ਕੱਲ ਨੂੰ ਕਾਲਜ ਜਾਣਾ, ਆ ਪੱਪੀ ਫੜ ਲੂਗਾ। ਤਰਨ ਨੇ ਜ਼ਿੰਮੇਵਾਰੀ ਪੱਪੀ ਨੂੰ ਦੇ ਦਿੱਤੀ। ਠੀਕ ਹੈ, ਮੈਂ ਫੜ ਲੂੰ, ਪੱਪੀ ਨੇ ਹਾਮੀ ਭਰ ਦਿੱਤੀ। ਇਸ ਤੋਂ ਬਾਅਦ ਉਹ 1 ਘੰਟਾ ਹੋਰ ਬੈਠੇ ਗੱਲਾਂ ਕਰਦੇ ਰਹੇ। ਨੰਦੂ ਨੇ ਬੀੜੀ ਸੁਲਗਾ ਲਈ। ਕਮਰੇ ਵਿੱਚ ਸੁਲਫੇ ਦੀ ਹਮਾਕ ਫੈਲ ਗਈ। ਬੀੜੀ 2-3 ਨੂੰ ਛੱਡ ਕੇ ਸਾਰਿਆਂ ਦੇ ਬੁੱਲ੍ਹਾਂ 'ਤੇ ਨੱਚਣ ਲੱਗੀ। ਇੱਕ ਮੁੰਡਾ ਸੂਟਾ ਲੈ ਕੇ ਦੂਸਰੇ ਨੂੰ ਫੜਾ ਦਿੰਦਾ। ਪਹਿਲਾਂ ਅਗਲੇ ਦੇ ਕੱਸ ਲਾਉਣ ਤੋਂ ਪਹਿਲਾਂ ਨੱਕ ਅਤੇ ਮੂੰਹ ਵਿੱਚੋਂ ਧੂੰਆਂ ਪ੍ਰੈਸ਼ਰ ਨਾਲ ਇੰਝ ਛੱਡਦਾ ਜਿਵੇਂ ਭੱਠੇ ਦੀਆਂ ਚਿਮਨੀਆਂ 'ਚੋਂ ਨਿਕਲ ਰਿਹਾ ਹੋਵੇ। 10:30 ਹੋ ਗਏ ਸਨ। ਆਖਰੀ ਬੀੜੀ ਖਤਮ ਕਰਕੇ ਸਭ ਆਪੋ ਆਪਣੇ ਘਰਾਂ ਨੂੰ ਚੱਲ ਪਏ। ਆਸਿਫ ਨੇ ਬੀਹੀ ਵਾਲੇ ਬਾਰ ਦਾ ਕੁੰਡਾ ਅੜਾ ਲਿਆ। ਚੰਨ ਅਤੇ ਤਾਰਿਆਂ ਦੀ ਚਾਨਣੀ ਬਾਹਰ ਵਿਹੜੇ ਵਿੱਚ ਉਤਰ ਆਈ ਸੀ। ਉਸਨੇ ਬਰਾਂਡੇ ਵਿੱਚ ਮੱਝਾਂ ਵੱਲ ਵੇਖਿਆ। ਸਾਰੇ ਪਸ਼ੂ ਸ਼ਾਂਤ ਹੋਏ ਬੈਠੇ ਸਨ। ਅੰਦਰ ਆ ਕੇ ਉਸਨੇ ਬਿਸਤਰਾ ਵਿਛਾ ਲਿਆ। ਕਮਰੇ ਦੀਆਂ ਲਾਈਟਾਂ ਬੰਦ ਕਰਕੇ ਉਹ ਸਹਿਜ ਦੀਆਂ ਯਾਦਾਂ ਨੂੰ ਗਲਵੱਕੜੀ ਪਾਈ ਮੰਜੇ ਵਿੱਚ ਆ ਪਿਆ। ਹੁਣ ਤਾਂ ਉਹ ਵੀ ਸੌਂ ਗਈ ਹੋਵੇਗੀ, ਉਸਨੇ ਸੋਚਦਿਆਂ ਪਾਸਾ ਪਰਤ ਲਿਆ।